ਅੱਜ ਦੀ ਇਹ ਵੀਡੀਓ ਵਿੱਚ ਤੁਸੀਂ ਸਿੱਖੋਗੇ ਹੈਡਿੰਗਸ ਨਾਲ ਕਿਵੇਂ ਡੀਲ ਕਰਨਾ ਹੈ ਤੇ ਆਪਣੇ ਆਇਲਟਸ ਵਿੱਚ 8+ ਬੈਂਡਸ ਕਿਵੇਂ ਲੈ ਕੇ ਆਉਣੇ ਆ। ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਜਿਹੜੀ ਆਪਾਂ ਨੂੰ ਸਕਿੱਲ ਸੈਟ ਦੀ ਲੋੜ ਹੈਗੀ ਆ, ਜਿਵੇਂ ਸਕੈਨਿੰਗ, ਸਕਿਮਿੰਗ, ਕੀਵਰਡ ਸਿਲੈਕਸ਼ਨ। ਤੇ ਮੇਕ ਸ਼ੋਰ ਤੁਸੀਂ ਵੀਡੀਓ ਨੂੰ ਐਂਡ ਤੱਕ ਵੇਖੋ ਕਿਉਂਕਿ ਐਂਡ ਵਿੱਚ ਮੈਂ ਤੁਹਾਨੂੰ ਦੱਸਾਂਗਾ 3 ਤਰੀਕੇ ਜਿਹਦੇ ਨਾਲ ਤੁਸੀਂ ਹੈਡਿੰਗਸ ਨਾਲ ਡੀਲ ਕਰ ਸਕਦੇ ਹੋ। ਹੇ ਗਾਇਜ਼, ਵਾਟਸ ਹੈਪਨਿੰਗ? ਜਪਨੀਤ ਸਿੰਘ ਹੇਅਰ ਫਰਮ ਥਰਵਰ। ਇਹ ਤੋਂ ਪਹਿਲਾਂ ਆਪਾਂ ਵੀਡੀਓ ਸਟਾਰਟ ਕਰੀਏ। ਮੇਕ ਸ਼ੋਰ ਤੁਸੀਂ ਵੀਡੀਓ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਤੇ ਆਪਣੇ ਨੋਟੀਫਿਕੇਸ਼ਨਸ ਔਨ ਕਰੋ। Majority of candidates ਲਈ ਹੈਡਿੰਗਸ ਸਭ ਤੋਂ ਡਿਫਿਕਲਟ ਸੈਕਸ਼ਨ ਹੈਗਾ। ਔਨ ਐਵਰੇਜ ਕੈਂਡੀਡੇਟਸ ਆਪਣਾ 40% ਟਾਈਮ ਵੇਸਟ ਕਰਦੇ ਆ ਹੈਡਿੰਗਸ ਤੇ, ਬਿਕਾਜ਼ ਉਹਨਾਂ ਕੋਲੇ ਹੈਡਿੰਗਸ ਦੇ ਆਪਸ਼ਨ ਜ਼ਿਆਦਾ ਹੁੰਦੇ ਆ ਤਾਂ ਉਹਨੂੰ ਲੋਡ ਘੱਟ ਦੀ ਹੁੰਦੀ ਹੈ। ਪਰ ਮੈਂ ਤੁਹਾਨੂੰ ਦੱਸਾਂਗਾ 3 ਤਰੀਕੇ ਜਿਹਦੇ ਨਾਲ ਤੁਸੀਂ ਆਪਣਾ 80% ਟਾਈਮ ਬਚਾ ਸਕਦੇ ਹੋ। ਤਾਂ ਲੈਟਸ ਗੈਟ ਸਟਾਰਟਡ। ਲੈਟਸ ਲੁੱਕ ਐਟ ਦ ਸਕਿੱਲ ਸੈਟ ਜਿਹੜਾ ਆਪਾਂ ਨੂੰ ਲੋੜ ਹੈਗੀ ਹੈ ਹੈਡਿੰਗਸ ਨਾਲ ਡੀਲ ਕਰਨ ਲਈ। ਸਭ ਤੋਂ ਪਹਿਲਾਂ ਰੀਡਿੰਗ ਦੇ ਐਗਜ਼ਾਮ ਵਿੱਚ ਡੂ ਨਾਟ ਰੀਡ ਦ ਪੈਸੇਜ। ਤੁਸੀਂ ਕਹਿ ਰਹੇ ਹੋਣੇ ਬੜੀ ਅਜੀਬ ਜੀ ਗੱਲ ਹੈ ਵੀ ਰੀਡਿੰਗ ਦਾ ਪੇਪਰ ਹੈ ਤੇ ਰੀਡ ਨਹੀਂ ਕਰਨਾ। No, do not read it. ਟੈਕਸਟ ਨੂੰ ਸਿਰਫ ਵੇਖਣਾ ਹੈ, you just have to look at it, ਉਹ ਤੇ ਨਿਗਾਹ ਮਾਰੋ, ਪਰ ਉਹ ਪੜ੍ਹਨਾ ਨਹੀਂ ਹੈਗਾ। Here's an example why. ਆਹ ਪੈਸੇਜ ਵੇਖੋ, ਮੈਂ ਤੁਹਾਨੂੰ 15 ਸੈਕਿੰਡ ਦਿੰਨਾ, have a look at it, ਤੇ ਆਹ ਕੁਐਸਚਨ ਨੂੰ ਆਨਸਰ ਕਰੋ। ਓਕੇ, ਤਾਂ ਤੁਹਾਨੂੰ ਆਨਸਰ ਲੱਭਣ ਲਈ ਕਿੰਨਾ ਟਾਈਮ ਲੱਗਿਆ? ਤੇ ਤੁਸੀਂ ਪੂਰਾ ਪੈਸੇਜ ਪੜ੍ਹਿਆ ਕਿ ਜਸਟ ਅ ਫਿਊ ਲਾਈਨਸ ਵਿੱਚ ਤੁਸੀਂ ਆਨਸਰ ਲੱਭ ਲਿਆ ਸੀਗਾ? ਇਫ ਯੂ ਨੋ ਹਾਊ ਟੂ ਸਕੈਨ, ਤੁਸੀਂ ਇਹਦਾ ਆਨਸਰ ਬੜੀ ਆਰਾਮ ਨਾਲ ਲੱਭ ਰਿਹਾ ਹੋਊਗਾ। ਤੇ ਇਫ ਯੂ ਵੰਡਰਿੰਗ, ਆਨਸਰ ਇਜ਼ 60 ਮਾਈਲਸ। ਠੀਕ ਆ? ਤੇ ਜੇ ਤੁਸੀਂ ਸਾਰਾ ਪੈਰਾਗ੍ਰਾਫ ਪੜ੍ਹਿਆ ਤੇ ਫਿਰ ਜਾ ਕੇ ਆਨਸਰ ਲੱਭਿਆ, ਯੂ ਵੇਸਟਡ ਅ ਲੋਟ ਆਫ ਯਰ ਟਾਈਮ। ਤਾਂ ਅਫਕੋਰਸ ਹੁਣ ਇਹਨੂੰ ਆਪਾਂ ਅਪਰੋਚ ਕਿੱਦਾਂ ਕਰ ਸਕਦੇ ਸੀਗੇ? ਸਭ ਤੋਂ ਪਹਿਲਾਂ ਸਟਾਰਟ ਵਿਦ ਪ੍ਰੋਪਰ ਨਾਊਨਸ। ਜਿਹੜੇ ਵਰਡਸ ਸਟਾਰਟ ਹੁੰਦੇ ਕੈਪੀਟਲ ਨਾਲ ਉਹਨਾਂ ਨੂੰ ਫੜ ਲਓ। ਇਹਦੇ ਵਿੱਚ ਹੈਗਾ ਕੈਪਟਨ ਬਿਲ ਨੇਗਲ, ਤਾਂ ਆਪਾਂ ਕੈਪੀਟਲ C, B ਤੇ N ਨੂੰ ਚੱਕ ਲਿਆ। ਆਪਾਂ ਉਹਦੇ ਲਈ ਸਕੈਨ ਕਰਨਾ ਸ਼ੁਰੂ ਕਰਤਾ। ਠੀਕ ਹੈ? ਜਿੱਥੇ ਉਹ ਮਿਲਿਆ ਉਹਨੂੰ ਅੰਡਰਲਾਈਨ ਕਰਤਾ। ਨੈਕਸਟ ਵਰਡ ਚੱਕ ਲਿਆ ਤੁਸੀਂ, ਮੇਬੀ ਐਕਸਪਲੋਰ ਚੱਕ ਲਿਆ ਜਾਂ ਈਵਨ ਸ਼ੋਰ ਚੱਕ ਲਿਆ। ਠੀਕ ਹੈ? ਜਿੱਥੇ ਉਹ ਵਰਡ ਆ ਗਿਆ ਉਹਨੂੰ ਅੰਡਰਲਾਈਨ ਕੀਤਾ ਫਾਸਟ। ਦੇਅਰ ਯੂ ਗੋ, ਤੁਹਾਨੂੰ ਇਨਫੋਰਮੇਸ਼ਨ ਮਿਲ ਗਈ। ਬਟ ਜੇ ਤੁਸੀਂ ਕੀਵਰਡ ਪਿਕ ਕੀਤਾ ਰੈਕ, ਦੈਟਸ ਅ ਬੈਡ ਚੋਇਸ ਆਫ ਕੀਵਰਡ ਟੂ ਪਿਕ, ਕਿਉਂਕਿ ਰੈਕ ਟਾਈਟਲ ਵਿੱਚ ਵੀ ਹੈਗਾ, ਪਲੱਸ ਉਹ ਇਹ ਪੈਰਾਗ੍ਰਾਫ ਵਿੱਚ 7 ਵਾਰੀ ਆ ਰਿਹਾ। ਤਾਂ ਇਹਦਾ ਸਿਰਫ ਇੱਕ ਪੈਰਾਗ੍ਰਾਫ ਹੈਗਾ। ਜੇ ਤੁਹਾਡੇ ਕੋਲ ਪੂਰਾ ਪੈਸੇਜ ਹੋਵੇ ਜਿਹਦੇ ਵਿੱਚ ਰੈਕ ਲਿਖਿਆ ਹੋਊਗਾ, ਤੁਸੀਂ ਕਿੰਨੀ ਵਾਰੀ ਉਹਨੂੰ ਰੀਡ ਕਰੋਗੇ, ਰਾਈਟ? ਤਾਂ ਦੈਟਸ ਬੈਡ ਸਕੈਨਿੰਗ। ਤਾਂ ਦੇਅਰ ਯੂ ਗੋ। ਜੇ ਤੁਹਾਨੂੰ ਸਕੈਨਿੰਗ ਐਫੀਸ਼ੀਐਂਟਲੀ ਕਰਨੀ ਆਉਂਦੀ ਹੈ, ਤੁਸੀਂ ਆਨਸਰ ਬੜਾ ਛੇਤੀ ਬੜੀਆਂ ਚੁਟਕੀਆਂ 'ਚ ਲੱਭ ਸਕਦੇ ਹੋ। ਪਲੱਸ ਜੇ ਤੁਸੀਂ ਹੋਰ ਫਾਸਟ ਹੋਣਾ, ਇਟਸ ਬੈਟਰ ਤੁਹਾਨੂੰ ਪਤਾ ਹੋਵੇ ਤੁਸੀਂ ਸਕੈਨਿੰਗ ਕਿੱਥੇ ਕਰਨੀ ਹੈ। ਤੁਸੀਂ ਪੈਸੇਜ ਦੀ ਸਟਾਰਟਿੰਗ ਸਕੈਨਿੰਗ ਕਰਨੀ ਹੈ ਕਿ ਮਿਡਲ 'ਚ ਸਕੈਨਿੰਗ ਕਰਨੀ ਹੈ ਕਿ ਐਂਡ ਵਿੱਚ ਜਾ ਕੇ ਲੱਭਣਾ ਆਨਸਰ। ਤਾਂ ਉਹ ਲੱਭਣ ਲਈ ਨੈਕਸਟ ਟੈਕਨੀਕ ਹੈਗੀ ਹੈ ਸਕਿਮਿੰਗ। ਤਾਂ ਸਕਿਮਿੰਗ ਹੈਲਪ ਕਰੂਗੀ ਤੁਹਾਨੂੰ ਸਕੈਨ ਕਰਨ ਲਈ। ਜਦੋਂ ਹੁਣ ਯੂਨੀਵਰਸਿਟੀ ਵਾਲੇ ਬੱਚਿਆਂ ਨੂੰ ਥੱਬਿਆਂ ਦੇ ਥੱਬੇ ਮਿਲਦੇ ਨੇ ਕਿਤਾਬਾਂ ਦੇ, ਤਾਂ ਉਹ ਸਾਰੇ ਕਿਤਾਬਾਂ ਨਹੀਂ ਪੜ੍ਹਦੇ। ਉਹਨਾਂ ਨੂੰ ਟਾਈਮ ਨਹੀਂ ਹੋਊਗਾ ਉਹਨਾਂ ਕੋਲ ਪੂਰਾ ਸਾਰੀ ਕਿਤਾਬ ਪੜ੍ਹਨ ਦਾ, ਤਾਂ ਉੱਥੇ ਦੇ ਵਿਲ ਜਸਟ ਸਕਿਮ ਥਰੂ ਦ ਟੈਕਸਟ। ਤੇ ਇਹਦੇ ਲਈ ਕੁਝ ਟੈਕਨੀਕਾਂ ਹੈਗੀਆਂ ਜਿਹੜੀਆਂ ਤੁਸੀਂ ਯੂਜ਼ ਕਰੋਗੇ ਸਕਿਮਿੰਗ ਲਈ। ਸਭ ਤੋਂ ਪਹਿਲਾਂ ਟਾਈਟਲ ਪੜ੍ਹੋ ਪੈਸੇਜ ਦਾ ਕੀ ਹੈ। ਉਸ ਤੋਂ ਬਾਅਦ ਜੇ ਸਬ ਹੈਡਿੰਗਸ ਹੈਗੀਆਂ ਉਹਨਾਂ ਨੂੰ ਰੀਡ ਕਰੋ ਤਾਂ ਕਿ ਤੁਹਾਨੂੰ ਇੱਕ ਆਈਡੀਆ ਹੋਵੇ ਕੰਟੈਂਟ ਦਾ ਸਟਰਕਚਰ ਕੀ ਹੈਗਾ। ਜੇ ਤੁਹਾਨੂੰ ਉੱਥੇ ਵੀ ਪਤਾ ਨਹੀਂ ਲੱਗ ਰਿਹਾ ਆਨਸਰ ਕੀ ਹੈ, ਫਿਰ ਤੁਸੀਂ ਪਹਿਲਾ ਸੈਂਟੈਂਸ ਪੜ੍ਹੋ ਪੈਰਾਗ੍ਰਾਫ ਦਾ। ਇਹ ਥੋੜਾ ਸਲੋ ਹੋ ਸਕਦਾ ਹੈ ਕਿਉਂਕਿ ਜੇ ਤੁਹਾਡੀ ਰੀਡਿੰਗ ਸਪੀਡ ਸਲੋ ਹੈਗੀ ਆ ਤਾਂ ਉਹਦੇ ਨਾਲ ਫਿਰ ਤੁਹਾਨੂੰ ਟਾਈਮ ਲੱਗੂਗਾ ਰੀਡ ਕਰਨ ਨੂੰ, ਬਟ ਇਟ ਵਿਲ ਗਿਵ ਯੂ ਅ ਵੈਰੀ ਗੁੱਡ ਆਈਡੀਆ ਵੀ ਸਟਰਕਚਰ ਕੀ ਹੈਗਾ ਕੰਟੈਂਟ ਦਾ ਤੇ ਤੁਸੀਂ ਆਨਸਰ ਸਕੈਨਿੰਗ ਨਾਲ ਕਿੱਥੇ ਲੱਭ ਸਕਦੇ ਹੋ। ਤੇ ਐਜ਼ ਪ੍ਰੈਕਟਿਸ ਤੁਸੀਂ ਆਪਣੇ ਸਕੈਨਿੰਗ ਐਂਡ ਸਕਿਮਿੰਗ ਸਕਿੱਲਸ ਇੱਦਾਂ ਡਿਵੈਲਪ ਕਰ ਸਕਦੇ ਹੋ। ਜੇ ਤੁਹਾਡਾ ਕੋਈ ਫਰੈਂਡ ਹੈਗਾ ਜਿਹੜਾ ਆਇਲਟਸ ਕਰ ਰਿਹਾ, ਤੁਸੀਂ ਦੋਨੋਂ ਇੱਕ ਨਿਊਜ਼ਪੇਪਰ ਚੱਕ ਲਓ। ਉਸ ਤੋਂ ਬਾਅਦ ਤੁਸੀਂ ਟਰਨਸ ਲਓ। ਨਿਊਜ਼ਪੇਪਰ ਵਿੱਚ ਇੱਕ ਵਰਡ ਲੱਭੋ ਇੱਕ ਸੈਕਸ਼ਨ ਵਿੱਚ, ਤੇ ਆਪਣੇ ਫਰੈਂਡ ਨੂੰ ਚੈਲੰਜ ਕਰੋ ਵੀ 30 ਸੈਕਿੰਡਸ ਵਿੱਚ ਤੂੰ ਉਹ ਵਰਡ ਲੱਭਣਾ। ਟੇਕ ਟਰਨਸ ਤੇ ਸੀ ਹਾਊ ਲੌਂਗ ਇਟ ਟੇਕਸ ਫॉर ਯੂ ਟੂ ਫਾਈਂਡ ਦ ਵਰਡ। ਇਹਦੇ ਨਾਲ ਤੁਹਾਡੀ ਸਕੈਨਿੰਗ ਡਿਵੈਲਪ ਹੋਏਗੀ, ਤੁਸੀਂ ਵੇਖੋਗੇ ਵਰਡ ਲੱਭੋਗੇ ਛੇਤੀ। ਉਸ ਤੋਂ ਬਾਅਦ ਵਿਦ ਸਕਿਮਿੰਗ ਇਟਸ ਇੰਪੋਰਟੈਂਟ ਤੁਸੀਂ ਇਹ ਟੈਕਨੀਕ ਯੂਜ਼ ਕਰੋ ਤਾਂ ਕਿ ਤੁਹਾਨੂੰ ਇੱਕ ਜਨਰਲ ਆਈਡੀਆ ਮਿਲੇ ਵੀ ਟੈਕਸਟ ਲਿਖਿਆ ਕਿਵੇਂ ਜਾਂਦਾ ਹੈ। ਜੇ ਤੁਸੀਂ ਇਹ ਕਰੋਗੇ ਤੁਹਾਨੂੰ ਇੱਕ ਆਈਡੀਆ ਹੋਊਗਾ ਤੁਸੀਂ ਆਪਣਾ ਆਨਸਰ ਲਿਖਣਾ ਵੀ ਕਿਵੇਂ ਹੈ, ਕਿਉਂਕਿ ਉਹਦੇ ਨਾਲ ਤੁਹਾਨੂੰ ਇੱਕ ਅੰਡਰਸਟੈਂਡਿੰਗ ਆਊਗੀ ਵੀ ਟੈਕਸਟ ਵਿੱਚ ਫਲੋ ਕਿਵੇਂ ਹੁੰਦਾ, ਆਈਡੀਆਜ਼ ਨੂੰ ਕਿਵੇਂ ਲਿਖਿਆ ਜਾਂਦਾ ਹੈ ਤੇ ਉਹ ਫਲੋ ਤੁਸੀਂ ਆਪਣੇ ਰਾਈਟਿੰਗ ਵਿੱਚ ਕਿਵੇਂ ਲਿਆ ਸਕਦੇ ਹੋ। ਤਾਂ ਮੇਕ ਸ਼ੋਰ ਯੂ ਲਰਨ ਸਕਿਮਿੰਗ ਐਂਡ ਸਕੈਨਿੰਗ ਤਾਂ ਕਿ ਤੁਹਾਡੀ ਆਪਣੀ ਰੀਡਿੰਗ ਤਾਂ ਡਿਵੈਲਪ ਹੋਵੇ ਹੀ ਹੋਵੇ, ਨਾਲ ਤੁਹਾਡੀ ਰਾਈਟਿੰਗ ਵੀ ਡਿਵੈਲਪ ਹੋਵੇ। ਹੁਣ ਮੈਂ ਤੁਹਾਨੂੰ ਕੀਵਰਡਸ ਬਾਰੇ ਦੱਸਦਾ। ਕੀਵਰਡ ਹੁੰਦਾ ਕੀ ਆ? ਬੇਸਿਕਲੀ ਕੋਈ ਵੀ ਵਰਡ ਆਪਾਂ ਕੁਐਸਚਨ ਵਿੱਚ ਚੁੱਕ ਲਿਆ ਜਿਹਦੇ ਬਾਰੇ ਆਪਾਂ ਇਨਫੋਰਮੇਸ਼ਨ ਲੱਭਣੀ ਹੈ ਤੇ ਆਨਸਰ ਦੇਣਾ। ਕੀਵਰਡ ਹੋ ਗਏ 2 ਢੰਗਾਂ ਦੇ। ਫੋਰ ਐਗਜ਼ਾਮਪਲ ਪ੍ਰੋਪਰ ਨਾਊਨ ਹੋ ਗਿਆ ਇੱਕ ਤਾਂ। ਪ੍ਰੋਪਰ ਨਾਊਨ ਕੀ ਹੁੰਦਾ? ਕੋਈ ਵੀ ਵਰਡ ਜਿਹੜਾ ਕੈਪੀਟਲ ਲੈਟਰ ਵਿੱਚ ਸਟਾਰਟ ਹੁੰਦਾ ਹੋਵੇ। ਫੋਰ ਐਗਜ਼ਾਮਪਲ ਨੇਮ ਆਫ ਅ ਪਰਸਨ, ਪਲੇਸ, ਕੰਪਨੀ, ਆਰਗੇਨਾਈਜੇਸ਼ਨ, ਕੰਟਰੀ, ਇੱਦਾਂ ਹੋ ਗਿਆ। ਠੀਕ ਹੈ? ਜਿਹੜੇ ਨਾਮ ਹੋ ਗਏ ਉਹ ਕੈਪੀਟਲ ਲੈਟਰ ਵਿੱਚ ਸਟਾਰਟ ਹੋ ਗਏ, ਉਹ ਪਿਕ ਕਰ ਲਓ। ਦੂਜਾ ਹੋ ਗਿਆ ਨੰਬਰਸ। ਫੋਰ ਐਗਜ਼ਾਮਪਲ 1983, 2001,
2000 ਕਿਲੋਗ੍ਰਾਮ, ਪਿਕ ਅਪ ਅ ਨੰਬਰ, ਤੇ ਜਿਹੜਾ ਵੀ ਤੁਹਾਡਾ ਕੁਐਸਚਨ ਵਿੱਚ ਹੈਗਾ ਤੇ ਉਹਦੇ ਲਈ ਤੁਸੀਂ ਸਕੈਨ ਕਰੋ। ਬਟ ਇੱਕ ਚੀਜ਼ ਧਿਆਨ ਵਿੱਚ ਰੱਖਿਓ, ਤੁਹਾਡੀ ਐਫੀਸ਼ੀਐਂਸੀ ਉਨੀ ਹੀ ਹੋਊਗੀ ਜਿੰਨਾ ਵਧੀਆ ਤੁਹਾਡਾ ਕੀਵਰਡ ਹੈਗਾ। ਜੇ ਤੁਸੀਂ ਕੀਵਰਡ ਠੀਕ ਨਹੀਂ ਪਿਕ ਕੀਤਾ ਤਾਂ ਤੁਹਾਡਾ ਸਕੈਨਿੰਗ ਵਧੀਆ ਨਹੀਂ ਹੋਊਗੀ। ਆਈ ਨੋ ਆਈਲੈਟਸ ਵਾਲਿਆਂ ਨੂੰ ਪਤਾ ਹੈ ਤੁਸੀਂ ਕੀਵਰਡਸ ਚੈੱਕ ਕਰਕੇ ਸਕੈਨਿੰਗ ਕਰਨੀ ਹੈ, ਤਾਂ ਉਹਨਾਂ ਨੂੰ ਪਤਾ ਕਿ ਉਹਨਾਂ ਨੇ ਤੁਹਾਡੀ ਜ਼ਿੰਦਗੀ ਨੂੰ ਮੁਸ਼ਕਿਲ ਕਰਨਾ ਹੈ ਤੇ ਉਹ ਤੁਹਾਡੇ ਨਾਲ ਗੇਮਸ ਖੇਡਣਗੇ। ਹੇਅਰ ਆਈ'll show you exactly what I mean। ਆ ਐਗਜ਼ਾਮਪਲ ਨੂੰ ਚੈੱਕ ਕਰੋ, ਇਹਦੇ ਵਿੱਚ ਆਪਾਂ ਨਾ ਪ੍ਰੋਪਰ ਨਾਊਨ ਨੂੰ ਡਿਸਕਸ ਕਰਦੇ ਹਾਂ। ਤਾਂ ਤੁਸੀਂ ਇੱਥੇ ਕੀ ਪਿਕ ਕੀਤਾ? ਪੈਰਿਸ, ਬਿਕਾਜ਼ ਉਹ ਪ੍ਰੋਪਰ ਨਾਊਨ ਹੈ। Well, if you picked Paris, you made a pretty big mistake, ਕਿਉਂਕਿ ਪੈਰਿਸ ਸਭ ਤੋਂ ਪਹਿਲਾਂ ਤਾਂ ਟਾਈਟਲ ਵਿੱਚ ਆ ਰਿਹਾ, ਠੀਕ ਹੈ। ਇਹਦਾ ਮਤਲਬ ਜਸਟ ਅਬਾਊਟ ਐਵਰੀਵੇਅਰ ਇਨ ਦ ਪੈਸੇਜ ਪੈਰਿਸ ਯੂਜ਼ ਹੋ ਰਿਹਾ। ਤੁਸੀਂ ਹੁਣ ਸਕੈਨਿੰਗ ਸ਼ੁਰੂ ਕਰਤੀ, ਤੁਸੀਂ ਨੋਟ ਕਰ ਰਹੇ ਹੋ ਹਰੇਕ ਜਗ੍ਹਾ ਪੈਰਿਸ ਆ ਰਿਹਾ, ਤਾਂ what do you do? ਤੁਸੀਂ ਸਾਰਾ ਪੈਸੇਜ ਰੀਡ ਕਰੋਗੇ? ਲਾਈਕ ਗਾਰੰਟੀ ਹੈਗੀ ਕਿ ਉੱਥੇ ਤੁਹਾਡਾ ਆਨਸਰ ਹੈ ਵੀ ਹੈ ਕਿ ਨਹੀਂ? there you go, you made a mistake, right? ਇੱਥੇ ਬੈਟਰ ਚੋਇਸ ਹੋਣੀ ਸੀਗੀ ਕੀਵਰਡ ਦੀ ਇੰਡਸਟਰੀਜ਼, ਕਿਉਂਕਿ ਜੇ ਤੁਸੀਂ ਇੰਡਸਟਰੀ ਸਿਲੈਕਟ ਕੀਤਾ ਹੁੰਦਾ ਨਾ ਤੇ ਤੁਸੀਂ ਜਦੋਂ ਸਕੈਨਿੰਗ ਕਰਨੀ ਸ਼ੁਰੂ ਕਰਨੀ ਸੀਗੀ, ਤੁਸੀਂ ਪਹਿਲਾਂ ਨੰਬਰਸ ਨੂੰ ਚੱਕਣਾ ਸੀਗਾ। ਜੇ ਕੋਈ ਨੰਬਰ ਆ ਰਿਹਾ, ਕੋਈ ਪਰਸੈਂਟੇਜ ਆ ਰਹੀ ਹੈ, ਤੁਸੀਂ ਉਹਨੂੰ ਸਕੈਨ ਕਰ ਲੈਣਾ ਸੀਗਾ। ਜੇ ਕੋਈ ਇੰਡਸਟਰੀ ਐਵਰੇਜ ਆ ਰਹੀ ਹੈ ਰਿਲੇਟਡ ਜੌਬਸ ਦੇ ਬਾਰੇ ਜਾਂ ਇਕੋਨਮੀ ਦੇ ਬਾਰੇ, ਤੁਸੀਂ ਉਹ ਅੰਡਰਲਾਈਨ ਕਰ ਲੈਣਾ ਸੀਗਾ। ਤੁਹਾਨੂੰ ਤੁਹਾਡਾ ਆਨਸਰ ਬੜੀ ਛੇਤੀ ਮਿਲ ਜਾਣਾ ਸੀ। ਤਾਂ there you go, that's the thing। ਤੁਸੀਂ ਜਸਟ ਲਾਈਕ ਐ ਨਹੀਂ ਕਿ ਲਾਈਕ ਜੇ ਪ੍ਰੋਪਰ ਨਾਊਨ ਹੈਗਾ ਇਹਨੂੰ ਕੀਵਰਡ ਬਣਾ ਲਓ, ਨਹੀਂ, ਇੱਦਾਂ ਨਹੀਂ ਕਰ ਸਕਦੇ। ਤੁਹਾਨੂੰ ਦੇਖਣਾ ਪੈਣਾ ਹੈ ਕਿ ਜਿਹੜਾ ਪ੍ਰੋਪਰ ਨਾਊਨ ਹੈਗਾ ਕਿਤੇ ਟਾਈਟਲ ਵਿੱਚ ਤਾਂ ਨਹੀਂ ਆ ਰਿਹਾ, ਬਿਕਾਜ਼ ਜਿਹੜੇ ਕੀਵਰਡਸ ਟਾਈਟਲ ਵਿੱਚ ਆ ਰਹੇ ਹਨ ਡੂ ਨਾਟ ਪਿਕ ਦੋਜ਼, ਕਿਉਂਕਿ ਉਹ ਸਾਰੀ ਜਗ੍ਹਾ ਹੋਣਗੇ ਪੈਸੇਜ ਵਿੱਚ। ਯੂ ਵਿਲ ਬੀ ਸਪੈਂਡਿੰਗ ਸੋ ਮਚ ਟਾਈਮ, ਡੂ ਨਾਟ ਡੂ ਦੈਟ, ਠੀਕ ਹੈ। ਹੁਣ ਲੈਟਸ ਲੁੱਕ ਐਟ ਦ ਨੰਬਰਸ। ਓਕੇ, ਤੁਸੀਂ ਹੁਣ ਪੈਸੇਜ ਦੇਖੋ ਤੇ ਇਹਦੇ ਵਿੱਚ ਜਿੰਨੇ ਵੀ ਨੰਬਰ ਹੈਗੇ ਆ ਉਹਨਾਂ ਸਾਰਿਆਂ ਨੂੰ ਸਕੈਨ ਕਰ ਲਓ। ਤਾਂ ਤੁਹਾਡੇ ਟੋਟਲ ਕਿੰਨੇ ਨੰਬਰ ਨਿਕਲੇ ਕੁੱਲ? there should be 9, ਕਿਉਂਕਿ ਇਹ ਪੈਸੇਜ ਵਿੱਚ 9 ਨੰਬਰਸ ਹੈਗੇ ਆ ਜਿਹੜੇ ਲਿਖੇ ਹੋਏ ਆ। ਬਟ here's the thing, ਕੁਛ ਲੁਕੇ ਹੋਏ ਆ ਤੇ ਕੁਛ ਸਿੱਧੇ ਖੜੇ ਆ। ਆਈਲੈਟਸ ਵਾਲੇ ਪਤਾ ਕੀ ਕਰਨਗੇ? ਜਾਂ ਤਾਂ ਉਹ ਤੁਹਾਨੂੰ ਨੂਮੈਰੀਕਲ ਲਿਖ ਦੇਣਗੇ 1 2 3 4, ਜੇ ਨੂਮੈਰੀਕਲ ਨਹੀਂ ਉਹ ਲੁਕੋ ਦੇਣਗੇ ਇਹਨੂੰ ਐਜ਼ ਅ ਲੈਟਰ ONE 1 TWO 2। ਤਾਂ ਇੱਦਾਂ ਉਹ ਨਾ ਟੈਕਸਟ ਵਿੱਚ ਨੰਬਰਾਂ ਨੂੰ ਲੁਕੋ ਦਾਂਗੇ। ਯੂ ਹੈਵ ਟੂ ਬੀ ਕੇਅਰਫੁਲ, ਦਿਮਾਗ ਵਿੱਚ ਰੱਖਿਓ ਕਿ ਵਟ ਇਫ ਜੇ ਇਹਨਾਂ ਨੇ ਨੰਬਰ ਨਹੀਂ ਦਿੱਤਾ ਬਟ ਇਹਨਾਂ ਨੇ ਨੰਬਰ ਟੈਕਸਟ ਵਿੱਚ ਲਿਖਤਾ, ਤਾਂ ਸਕੈਨ ਕਰੋ ਉਹਦੇ ਲਈ ਵੀ, ਠੀਕ ਹੈ। ਤਾਂ ਯੂ ਹੈਵ ਟੂ ਡਿਵੈਲਪ ਦੈਟ ਹੈਬਿਟ। ਤੇ ਹੁਣ ਲੁੱਕ ਐਟ ਦਿਸ ਕੁਐਸਚਨ ਐਂਡ ਆਨਸਰ। ਓਕੇ, ਤੁਸੀਂ ਚੈੱਕ ਕੀਤਾ ਕੁਐਸਚਨ ਤੇ ਆਨਸਰ। ਜੇ ਤੁਹਾਨੂੰ ਇਹ ਕੁਐਸਚਨ ਪੇਪਰ ਵਿੱਚ ਆ ਜਾਏ ਤੇ ਤੁਹਾਡੇ ਕੋਲ ਪੈਸੇਜ ਹੋਵੇ ਤੇ ਤੁਸੀਂ ਪਿਕ ਕੀਤਾ 20th ਸੈਂਚੁਰੀ, ਤੁਸੀਂ ਆਪਣਾ ਬਹੁਤ ਟਾਈਮ ਵੇਸਟ ਕਰਨਾ ਸੀਗਾ ਲੱਭਣ ਲਈ 20th ਸੈਂਚੁਰੀ, ਤੁਹਾਨੂੰ ਮਿਲਣਾ ਨਹੀਂ ਸੀ ਸਹੀ ਆਨਸਰ, ਬਿਕਾਜ਼ ਆਨਸਰ ਵਿੱਚ ਕੀ ਹੈ? 1968। there you go, that's another trick they will play with you। ਇਹ ਹੈਗੇ synonyms। 20th ਸੈਂਚੁਰੀ ਮਤਲਬ 1968, ਠੀਕ ਹੈ। ਉਹ 20th ਸੈਂਚੁਰੀ ਵਿੱਚ ਆ ਗਿਆ, ਤਾਂ ਉਹ ਜਿਹੜਾ ਨੰਬਰ ਹੈ ਨਾ, ਉਹ ਕਈ ਵਾਰੀ ਇਹ ਖੇਡਣਗੇ ਤੁਹਾਡੇ ਨਾਲ, ਤਾਂ ਉਹ ਤੁਹਾਡਾ ਮਾਈਂਡ ਵਿੱਚ ਰੱਖਿਓ। ਤਾਂ ਇਹਦੇ ਲਈ ਨਾ ਡਿਵੈਲਪ ਯਰ synonyms। ਤੇ ਫਾਈਨਲੀ ਹੁਣ ਆ ਜਾਓ ਹੈਡਿੰਗਸ ਤੇ। ਹੁਣ ਮੈਂ ਤੁਹਾਨੂੰ ਦੱਸਾਂਗਾ 3 ਤਰੀਕੇ, 3 ਮੈਥਡਸ ਜਿਹਨਾਂ ਤੁਸੀਂ ਹੈਡਿੰਗਸ ਨਾਲ ਡੀਲ ਕਰ ਸਕਦੇ ਹੋ। ਮੈਥਡ ਨੰਬਰ 1, ਟੌਪਿਕ ਸੈਂਟੈਂਸ ਪੜ੍ਹੋ। ਜਿਹੜੀ ਪਹਿਲੀਆਂ ਲਾਈਨ ਹੈ ਨਾ ਪੈਰਾਗ੍ਰਾਫ ਦੀ, ਉਹਦੇ ਵਿੱਚ ਤੁਹਾਨੂੰ ਆਨਸਰ ਮਿਲ ਜਾਊਗਾ। ਤਾਂ ਟਰਾਈ ਟੂ ਗੈਟ ਅ ਅੰਡਰਸਟੈਂਡਿੰਗ ਆਫ ਦ ਪੈਸੇਜ ਫਰਮ ਦੇਅਰ, ਠੀਕ ਹੈ। ਤੇ ਉਸ ਤੋਂ ਬਾਅਦ ਜੇ ਤੁਹਾਨੂੰ ਆਨਸਰ ਉੱਥੇ ਨਹੀਂ ਮਿਲਦਾ, ਮੂਵ ਔਨ ਟੂ ਦ ਸੈਕੰਡ ਮੈਥਡ, ਗੋ ਟੂ ਦ ਕਨਕਲੂਜਨ ਸੈਂਟੈਂਸ। ਜਿਹੜੀਆਂ ਆਖਰੀ ਸੈਂਟੈਂਸ ਆ ਨਾ ਪੈਰਾਗ੍ਰਾਫ ਦੇ, ਆਨਸਰ ਉੱਥੇ ਹੋਊਗਾ। ਬਟ ਹੇਅਰ ਬੀ ਕੇਅਰਫੁਲ, ਕਿਉਂਕਿ ਆਇਲਸ ਬਾਰੇ ਫੇਰ ਗੇਮਾਂ ਖੇਡਣਗੇ ਤੁਹਾਡੇ ਨਾਲ। ਪਤਾ ਕੀ ਕਰਦੇ ਆ ਜਿਹੜੇ ਆਇਲਸ ਵਿੱਚ ਹੁੰਦੇ ਨਾ ਐਗਜ਼ਾਮ ਲਿਖਣ ਵਾਲੇ, ਜਿਹੜੀਆਂ ਆਖਰੀ ਲਾਈਨਾਂ ਹੈ ਇਹ ਇੱਦਾਂ ਲਿਖਦੇ ਆ ਕਿ ਉਹ ਆਖਰੀ ਲਾਈਨ ਨਾ ਅਗਲੇ ਪੈਰਾਗ੍ਰਾਫ ਨੂੰ ਲਿੰਕ ਕਰਦੀ ਹੁੰਦੀ ਹੈ ਪਹਿਲੇ ਪੈਰਾਗ੍ਰਾਫ ਨਾਲ। ਤਾਂ ਯੂ ਹੈਵ ਟੂ ਬੀ ਵੈਰੀ ਕੇਅਰਫੁਲ ਕਿ ਇਹ ਆਨਸਰ ਸਹੀ ਹੈ ਕਿ ਗਲਤ ਹੈ। ਤਾਂ ਮੇਕ ਸ਼ੋਰ ਤੁਹਾਡੇ ਜਿਹੜੇ ਕੀਵਰਡਸ ਹਨ ਤੇ ਤੁਸੀਂ ਜਿਹੜੀ ਸਕੈਨਿੰਗ ਕਰ ਰਹੇ ਹੋ ਨਾ, ਦੈਟਸ ਲਾਈਕ ਰਾਈਟ ਔਨ ਪੁਆਇੰਟ। ਤੇ ਹੁਣ ਜੇ ਤੁਹਾਨੂੰ ਲਾਈਕ ਪਹਿਲੇ ਤੇ ਲਾਈਕ ਆਖਰੀ ਸੈਂਟੈਂਸ ਵਿੱਚ ਨਹੀਂ ਮਿਲਦਾ ਆਨਸਰ, ਵਾਟ ਡੂ ਯੂ ਡੂ? ਮੈਥਡ 3, ਗੋ ਰਾਈਟ ਇਨ ਦ ਮਿਡਲ। ਉੱਥੇ ਸਾਰੀ ਇਨਫੋਰਮੇਸ਼ਨ ਹੁੰਦੀ ਹੈ। ਤਾਂ ਦਿਸ ਇਜ਼ ਵੇਅਰ ਯੂ ਫਾਈਨਲੀ ਗੋ, ਠੀਕ ਹੈ। ਤੁਹਾਨੂੰ ਪਹਿਲੇ ਜਾਂ ਆਖਰੀ ਵਿੱਚ ਮਿਲ ਜਾਣਾ ਚਾਹੀਦਾ, ਜੇ ਨਹੀਂ ਮਿਲਦਾ that is when you go in the middle, ਤੇ that's the third method, ਠੀਕ ਹੈ। now let's look at some examples। ਹੈਡਿੰਗ ਚੈੱਕ ਕਰੋ ਤੇ ਨਾਲ ਇਹਦਾ ਆਨਸਰ ਦੇਖੋ, ਇਹਦਾ ਪੈਰਾਗ੍ਰਾਫ ਦੇਖੋ। ਇਹ ਹੈਡਿੰਗ ਵਿੱਚ ਤੁਹਾਨੂੰ ਇੱਕ ਕੁਐਸਚਨ ਮਾਰਕ ਪੁੱਛਿਆ ਗਿਆ, ਤਾਂ what does that mean? ਇਹਦਾ ਮਤਲਬ ਜਿਹੜਾ ਆਨਸਰ ਹੋਊਗਾ ਨਾ ਪੈਰਾਗ੍ਰਾਫ ਇਹਦਾ, ਜਿਹਨੂੰ ਆਪਾਂ ਮੈਚ ਕਰਨਾ, ਉਹ ਪੈਰਾਗ੍ਰਾਫ ਵਿੱਚ ਆ ਹੈਡਿੰਗ ਦਾ ਆਨਸਰ ਹੋਊਗਾ। ਇਟ ਮਸਟ ਹੈਵ ਦੈਟ ਆਨਸਰ। ਤਾਂ ਦੇਅਰ ਵੀ ਗੋ, ਉਹਨਾਂ ਨੇ ਸਿੰਪਲ ਕਰਤਾ ਤੁਹਾਡੇ ਲਈ ਕਿ ਇਹਦਾ ਆਨਸਰ ਐਗਜ਼ੈਕਟਲੀ ਲੱਭ ਕੇ ਦੱਸੋ। ਹੁਣ ਆਪਾਂ ਦੇਖਾਂਗੇ ਲਾਈਕ ਆਪਾਂ ਇਹਨੂੰ ਇਹ ਪੈਰਾਗ੍ਰਾਫ ਮੈਚ ਕਿਉਂ ਕੀਤਾ। ਜਦੋਂ ਤੁਸੀਂ ਪਹਿਲਾ ਸੈਂਟੈਂਸ ਚੈੱਕ ਕਰੋ, ਉਹਦੇ ਵਿੱਚ ਉਹ ਰੀਜ਼ਨ ਦੱਸ ਰਿਹਾ ਕਿ ਨਦਰਨ ਲਾਈਟਸ ਦੇ ਕੀ ਰੀਜ਼ਨਸ ਹੈਗੇ ਆ, ਕਾਜ਼ਸ ਕੀ ਹੈਗੇ ਨਦਰਨ ਲਾਈਟਸ ਦੇ।
ਉਸ ਤੋਂ ਬਾਅਦ ਵਾਲੇ ਜਿਹੜੇ ਸੈਂਟੈਂਸਸ ਹੈਗੇ ਜੇ ਤੁਸੀਂ ਰੀਡ ਕਰੋ ਆਫ ਕੋਰਸ ਉਹ ਸਪੋਰਟ ਕਰ ਰਹੇ ਪਹਿਲੇ ਜਿਹੜੀ ਸਟੇਟਮੈਂਟ ਦਿੱਤੀ ਹੋਈ ਹੈ ਤਾਂ ਉਹਦੀ ਡਿਟੇਲ ਐਡ ਹੋ ਰਹੀ ਹੈ ਤਾਂ देयर वी गो ਜੇ ਤੁਹਾਨੂੰ ਕੁਐਸਚਨ ਮਾਰਕ ਵਾਲੀ ਹੈਡਿੰਗ ਆਉਂਦੀ ਹੈ ਕੋਈ ਉਹਦਾ ਆਨਸਰ ਯੂਜੂਅਲੀ ਪਹਿਲੀ ਸਟੇਟਮੈਂਟ ਵਿੱਚ ਤੁਹਾਨੂੰ ਮਿਲ ਜਾਊਗਾ ਰਾਈਟ देयर वी गो ਜਿਹੜੀ ਆਪਣਾ ਮੈਥਡ 1 ਹੈਗਾ ਨਾਓ ਲੈਟਸ ਲੁੱਕ ਐਟ ਐਗਜ਼ਾਮਪਲ 2 ਹੈਡਿੰਗ 2 ਵਿੱਚ ਆਪਣੇ ਕੋਲ ਕੁਐਸਚਨ ਨਹੀਂ ਹੈਗਾ ਹੈਡਿੰਗ ਵਿੱਚ ਕੋਈ ਕੁਐਸਚਨ ਮਾਰਕ ਨਹੀਂ ਹੈਗਾ ਬਟ ਆਪਾਂ ਨੂੰ ਬੜਾ ਕਲੀਅਰਲੀ ਪਤਾ ਹੈ ਕਿ ਜਿਹੜਾ ਵੀ ਪੈਰਾਗ੍ਰਾਫ ਦਾ ਆਨਸਰ ਹੋਊਗਾ ਉਹਦੇ ਵਿੱਚ ਇਹਦੇ ਰਿਗਾਰਡਿੰਗ ਇਨਫੋਰਮੇਸ਼ਨ ਹੋਣੀ ਜ਼ਰੂਰੀ ਹੈ ਰਾਈਟ ਤਾਂ देयर वी गो ਤਾਂ ਹੁਣ ਆਪਾਂ ਕੀ ਕਰਾਂਗੇ ਲੈਟਸ ਕੁਇਕਲੀ ਸਕੈਨ ਦ ਪੈਰਾਗ੍ਰਾਫ ਤਾਂ ਜੇ ਤੁਸੀਂ ਪਹਿਲਾ ਸੈਂਟੈਂਸ ਚੈੱਕ ਕਰੋ ਉਹਦੇ ਵਿੱਚ ਇਹ ਕਹਿ ਰਿਹਾ ਕਿ whilst an asteroid impact has gained ground over most theories ਵੀ ਭਾਵੇਂ ਜਿਹੜੀ ਐਸਟਰੋਇਡ ਇੰਪੈਕਟ ਵਾਲੀ ਥਿਊਰੀ ਹੈਗੀ ਹੈ ਉਹਨੇ ਹੋਰ ਥਿਊਰੀਜ਼ ਨਾਲੋਂ ਕਾਫੀ ਜ਼ਿਆਦਾ ਐਡਵਾਂਸਮੈਂਟ ਕੀਤੀ ਹੈ there still remains problems with the theory ਹਲੇ ਵੀ ਉਹਦੇ ਨਾਲ ਕੁਝ ਥਿਊਰੀ ਨਾਲ ਪ੍ਰੋਬਲਮਸ ਰਹਿਣੀਆਂ ਤਾਂ देयर वी गो ਠੀਕ ਹੈ ਆਪਾਂ ਨੂੰ ਸਟਾਰਟਿੰਗ ਵਿੱਚ ਹੀ ਆਪਣਾ ਆਨਸਰ ਮਿਲ ਗਿਆ ਕਿ ਹਾਂ ਜੋ ਆਪਾਂ ਸਰਚ ਕਰ ਰਹੇ ਹਾਂ ਉਹ ਇੱਥੇ ਹੈਗਾ ਸ਼ਾਇਦ ਤਾਂ ਮੂਵ ਔਨ ਟੂ ਦ ਨੈਕਸਟ ਸੈਂਟੈਂਸ ਕੁਇਕਲੀ ਨੈਕਸਟ ਸੈਂਟੈਂਸ ਕੀ ਕਹਿ ਰਿਹਾ Paleontologists have yet to find dinosaur fossils dating to the time of impact. ਵੀ paleontologists ਨੇ ਹਲੇ ਲੱਭਿਆ ਨਹੀਂ ਹੈਗਾ ਠੀਕ ਹੈ and some evidence suggests dinosaurs may have already been extinct before this event. ਵੀ dinosaurs ਪਹਿਲਾਂ ਹੀ extinct ਹੋ ਚੁੱਕੇ ਹਨ ਸ਼ਾਇਦ ਤਾਂ there we go ਆਪਾਂ ਨੂੰ ਕੁਝ ਮਿਲ ਗਿਆ ਰਾਈਟ ਵੀ ਜਿਹੜੀ ਐਸਟਰੋਇਡ ਥਿਊਰੀ ਹੈਗੀ ਹੈ ਇਹਦੇ ਵਿੱਚ ਕੁਝ ਗੜਬੜੀ ਹੈਗੀ ਹੈ there we go ਆਪਾਂ ਨੂੰ ਆਨਸਰ ਮਿਲ ਗਿਆ ਆਪਣੀ ਹੈਡਿੰਗ ਦਾ ਤਾਂ that's how you find the information ਹਮੇਸ਼ਾ ਲਾਈਕ ਮਿਡਲ ਜਿਹੀ ਹੁੰਦੀ ਹੈ ਤਾਂ ਟਰਾਈ ਟੂ ਲੁੱਕ ਫॉर ਲਾਈਕ ਜਿਹੜੀ ਥਰਡ ਮੈਥਡ ਹੈਗਾ ਉਹ ਇਨਫੋਰਮੇਸ਼ਨ ਲੱਭਣ ਲਈ ਹੁੰਦਾ ਕਿਉਂਕਿ ਇਨਫੋਰਮੇਸ਼ਨ ਹਮੇਸ਼ਾ ਪੈਰਾਗ੍ਰਾਫ ਦੇ ਮਿਡਲ ਵਿੱਚ ਮਿਲੂਗੀ ਤੁਹਾਨੂੰ ਉਸ ਤੋਂ ਬਾਅਦ ਨਾਓ ਲੈਟਸ ਲੁੱਕ ਐਟ ਐਗਜ਼ਾਮਪਲ ਨੰਬਰ 3 ਤੁਸੀਂ ਦੂਜੇ ਐਗਜ਼ਾਮਪਲ ਵਿੱਚ ਦੇਖਿਆ ਕਿ ਕੀਵਰਡਸ ਕਾਫੀ ਇੰਪੋਰਟੈਂਟ ਹੈਗੇ ਆ ਪਰ ਜੇ ਤੁਸੀਂ ਹੁਣ ਇੱਥੇ ਚੱਕੋ ਤੁਹਾਡੇ ਕੀਵਰਡ ਤੁਸੀਂ ਟੀ ਚੱਕ ਲਈ ਤੁਸੀਂ ਚਾਈਨਾ ਚੱਕ ਲਿਆ ਜਾਪਾਨ ਚੱਕ ਲਿਆ 2 ਵਾਰ ਚਾਈਨਾ ਆ ਰਿਹਾ ਤੇ 2 ਵਾਰ ਜਾਪਾਨ ਆ ਰਿਹਾ ਇੱਥੇ ਤਾਂ ਹੁਣ ਤੁਸੀਂ ਫਸ ਗਏ ਰਾਈਟ ਵੀ ਹੈ ਇੱਥੇ ਕੀ ਹੋ ਸਕਦਾ ਆਨਸਰ ਕੀ ਹੈ ਇਹਦਾ ਇਹ ਟੀ ਇਨ ਚਾਈਨਾ ਕਿ ਟੀ ਇਨ ਜਾਪਾਨ ਹੈਗੀ ਆ ਤਾਂ ਜਦੋਂ ਇਹੋ ਜਿਹੀ ਸਿਚੁਏਸ਼ਨ ਆਉਂਦੀ ਹੈ ਸਟਾਰਟ ਵਿਦ ਦ ਫਰਸਟ ਸੈਂਟੈਂਸ ਦੇਖੋ ਉੱਥੇ ਕੀ ਲਿਖਿਆ ਹੋਇਆ ਫਿਰ ਫਾਈਨਲ ਵਿੱਚ ਆ ਜਾਓ ਉੱਥੇ ਦੇਖੋ ਕੀ ਲਿਖਿਆ ਹੋਇਆ ਇਹਦੇ ਨਾਲ ਤੁਹਾਨੂੰ ਅੰਡਰਸਟੈਂਡਿੰਗ ਹੋ ਜਾਊਗੀ ਇਹਦਾ ਆਨਸਰ ਜਾਪਾਨ ਹੈ ਕਿ ਚਾਈਨਾ ਵੈਸੇ ਤੁਹਾਡਾ ਆਨਸਰ ਕੀ ਨਿਕਲਿਆ ਜਾਪਾਨ ਹੈ ਵੈਸੇ ਦਾ ਆਨਸਰ ਤਾਂ there you go ਤੁਹਾਨੂੰ ਪਤਾ ਲੱਗ ਗਿਆ ਕਿਹੜੇ ਸਕਿੱਲਸ ਦੀ ਲੋੜ ਹੈਗੀ ਹੈ ਉਹ ਸਕਿੱਲਸ ਕਿਵੇਂ ਡਿਵੈਲਪ ਕਰਨੇ ਆ ਤੇ ਆਇਲਸ ਵਿੱਚ 8+ ਬੈਂਡਸ ਕਿਵੇਂ ਲੈ ਕੇ ਆਉਣੇ ਆ ਤੇ ਜਸਟ ਅ ਸਾਈਡ ਨੋਟ ਜਿਹੜੇ ਆ ਸਕਿੱਲਸ ਤੁਸੀਂ ਡਿਵੈਲਪ ਕਰੋਗੇ ਨਾ ਇਹ ਸਿਰਫ ਤੁਹਾਨੂੰ ਆਇਲਸ ਵਿੱਚ ਹੈਲਪ ਨਹੀਂ ਕਰਨਗੇ ਤੁਹਾਨੂੰ ਸਾਰੀ ਉਮਰ ਲਈ ਹੈਲਪ ਕਰਨਗੇ ਬਿਕਾਜ਼ ਈਵਨ ਮੇਰੇ ਲਈ ਵੀ ਜਦੋਂ ਮੈਂ MBA ਕੀਤੀ ਸੀਗੀ ਆਪਣੀ I use these techniques ਮੈਂ ਇੰਨੀਆਂ ਕਿਤਾਬਾਂ ਪੜ੍ਹੀਆਂ ਮੇਰੇ ਕੋਲ ਟਾਈਮ ਨਹੀਂ ਸੀਗਾ ਸਾਰੀਆਂ ਪੜ੍ਹਨ ਦਾ ਤਾਂ ਆਫ ਕੋਰਸ ਯੂ ਜਸਟ ਸਕੈਨ ਥਰੂ them skim through them ਜੋ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਹੈ ਉਹ ਚੱਕੋ ਜਿਹੜੀ ਇਨਫੋਰਮੇਸ਼ਨ ਦੀ ਤੁਹਾਨੂੰ ਨਹੀਂ ਲੋੜ ਹੈਗੀ ਡੋਂਟ ਵੇਸਟ ਯੂਰ ਟਾਈਮ ਔਨ ਦੈਟ ਕਿਉਂਕਿ ਜਦੋਂ ਤੁਸੀਂ ਰਿਸਰਚ ਪੇਪਰ ਲਿਖਣੇ ਹੋਣਗੇ ਆਪਣੇ ਅੱਗੇ ਜਾ ਕੇ ਪੜ੍ਹਾਈ ਵਿੱਚ ਤੁਹਾਨੂੰ ਇਹ ਟੈਕਨੀਕਾਂ ਦੀ ਬਹੁਤ ਲੋੜ ਪਊਗੀ ਕਿਉਂਕਿ ਜਦੋਂ ਰਿਸਰਚ ਪੇਪਰ ਲਿਖਣੇ ਆ ਨਾ ਤੁਹਾਡੇ ਕੋਲ ਥੱਬਾ ਹੁੰਦਾ ਰਿਸਰਚ ਪੇਪਰਾਂ ਦਾ ਰੀਡ ਕਰਨ ਲਈ ਲਿਟਰੇਚਰ ਰਿਵਿਊ ਲਈ ਤਾਂ ਮੇਕ ਸ਼ੋਰ ਯੂ ਡਿਵੈਲਪ ਥੀਸ ਟੈਕਨੀਕਸ ਅਖਬਾਰ ਚੱਕੋ ਫਰੈਂਡ ਨੂੰ ਫੜੋ ਤੇ ਗੋ ਪ੍ਰੈਕਟਿਸ ਤਾਂ ਹੋਪ ਯੂ ਲਾਈਕ ਦ ਵੀਡੀਓ ਠੀਕ ਹੈ ਪ੍ਰੈਕਟਿਸ ਕਰੋ ਆਪਣੀ ਤੇ ਉਸ ਤੋਂ ਬਾਅਦ ਮੇਕ ਸ਼ੋਰ ਯੂ ਏਸ ਦ ਐਗਜ਼ਾਮ ਤੇ ਇਫ ਯੂ ਲਾਈਕ ਦ ਵੀਡੀਓ ਹਿੱਟ ਦ ਲਾਈਕ ਬਟਨ ਆਪਣੇ ਫਰੈਂਡਸ ਨਾਲ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਚੈਨਲ ਨੂੰ ਨੋਟੀਫਿਕੇਸ਼ਨਸ ਵੀ ਔਨ ਕਰਿਓ see you in the next video